बहुत ही प्यारे बच्चों, अज आपां तुहानूं नावल दे बारे दस्सांगे। बच्चों, नावल दे किहड़े-किहड़े हिस्से हुंदे ने, नावल दे किहड़े-किहड़े भाग हुंदे ने, पात्र, वार्तालाप, ठीक है, स्थानक रंगण किद्दां दी हुंदी है, भाषा शैली, किस्मां, सारा कुछ आपां तुहानूं दस्सांगे बच्चों। तो आपां चाहिए तो आपां संखेप रूप दे विच भी तुहानूं दस सकदे हां, पर ये आपां तुहानूं विस्तारपूर्वक ही दस्सांगे तां जो सारी जिंदगी तुहाडे ये काम आवे। और जिन्ने भी प्रश्न होणगे बच्चों, एक एक सत्र दे विचों तुहानूं एक प्रश्न निकल सकदा, इस करके बड़े ही गौर नाल इसनूं सुनना है, ठीक है ना। सो आपां चलो पढ़दे हां नावल दे बारे। नावल आधुनिक काल दा प्रमुख ਸਾਹਿਤ रूप है। ਸਾਹਿਤ ਦੇ रूप ने सारे हो गए, कहानियाँ, निक्की कहानी, नावल, एकांगी, सारे है ना। इसकी महत्ता का अंदाज़ा इस गल तो भी लाया जा सकता है कि 20वीं सदी विच जन्म धार के भी ये महत्वपूर्ण स्थान प्राप्त कर गया है। कदों शुरू होया सी ये 20वीं सदी दे विच, ठीक है ना। इस दी मूल विशेषता यह मन्नी जा सकती है कि यह जीवन की सहज सुभाविक, ठीक है ना, ढंग नाल इउं व्याख्या करता है कि जिंदगी वर्गा ही जापण लग पैंदा है। जदों आपां कोई नावल पढ़ते हैं ना बच्चों किसी की जिंदगी के बारे, तो आपां नूं हूबहू इदां लगदा जिवें सच्चाई हुंदी है ਅਤੇ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਆਪਣੀ ਬੁੱਕਲ ਵਿੱਚ ਲੈਣ ਦਾ ਪ੍ਰਤੀਤ ਹੁੰਦਾ ਹੈ। ਦੇਖੋ, ਵੰਨਗੀ ਆਪਾਂ ਪੜ੍ਹੀ ਸੀ ਵੀ ਇੱਕ ਜਿਵੇਂ ਆਪਾਂ ਵੰਨਗੀਆਂ ਇਹਨਾਂ ਦੇ ਸਾਰਿਆਂ ਦੇ ਅਲੱਗ-ਅਲੱਗ ਪੜ੍ਹਦੇ ਹਾਂ ਵੀ ਜਿਹੜੀ ਕਹਾਣੀ ਤਾਂ ਕਿਸੇ ਚੀਜ਼ ਦੀ ਕਹਾਣੀ ਹੋ ਗਈ, ਕਾਂਗੀ ਕੰਗ ਹੋ ਗਿਆ ਪੂਰਾ। ਜਿਹੜਾ ਨਾਟਕ ਹੁੰਦਾ ਉਹ ਅਲੱਗ-ਅਲੱਗ ਦ੍ਰਿਸ਼ਾਂ ਨੂੰ ਪੇਸ਼ ਕਰਦਾ ਅਤੇ ਬਹੁਤ ਵੀ ਹੋ ਸਕਦਾ, ਘਟਨਾਵਾਂ ਉਹ 'ਚ ਹੋ ਸਕਦੀਆਂ ਨੇ, ਇੱਕ ਦੋ ਘਟਨਾਵਾਂ ਵੀ ਹੋ ਸਕਦੀਆਂ ਨੇ। ਇਕਾਂਗੀ ਦੇ ਵਿੱਚ ਇੱਕੋ ਹੀ ਘਟਨਾ ਹੁੰਦੀ ਹੈ ਬੱਚੋ। ਅਤੇ ਨਾਵਲ ਜਿਹੜਾ ਹੁੰਦਾ ਨਾ ਬੰਦੇ ਦੀ ਪੂਰੀ ਜ਼ਿੰਦਗੀ ਦੇ ਬਾਰੇ ਬਹੁਤ ਸਾਰੇ ਪੱਖਾਂ ਨੂੰ ਆਪਣੇ ਸਾਹਮਣੇ ਲੈ ਕੇ ਆਉਂਦਾ, ਠੀਕ ਹੈ ਨਾ। ਨਾਵਲ ਬਹੁਤ ਸਾਰੇ ਪੱਖਾਂ ਨੂੰ ਆਪਣੇ ਸਾਹਮਣੇ ਲੈ ਕੇ ਆਉਂਦਾ, ਪੂਰੀ ਕਿਤਾਬ ਹੁੰਦੀ ਹੈ ਬੰਦੇ ਦੀ ਜ਼ਿੰਦਗੀ ਦੀ। ਨਾਵਲ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਨੋਵਲ ਦੇ ਸਮਾਨਾਰਥੀ ਹੈ, ਜਿਸ ਦੀ ਸਿਰਜਣਾ ਲਾਤੀਨੀ ਭਾਸ਼ਾ ਦੇ ਸ਼ਬਦ ਨੋਵੇਲਾ ਤੋਂ ਹੋਈ ਹੈ, ਠੀਕ ਹੈ ਨਾ। ਜਿਹੜਾ ਨਾਵਲ ਹੈ ਵੈਸੇ ਇਹ ਅੰਗਰੇਜ਼ੀ ਭਾਸ਼ਾ ਦਾ, ਜੇ ਆਪਾਂ ਇਹਦੇ ਅਰਥਾਂ ਬਾਰੇ ਦੱਸੀਏ ਵੀ ਸ਼ਾਬਦਿਕ ਅਰਥ ਦੱਸੋ, ਆਪਾਂ ਕਹਾਂਗੇ ਵੀ ਨਾਵਲ ਹੈ ਜਿਹੜਾ ਉਹ ਅੰਗਰੇਜ਼ੀ ਦੇ ਨੋਵਲ ਦੇ ਸਮਾਨਾਰਥੀ ਹੈ, ਵੀ ਇੱਕੋ ਹੀ ਅਰਥ ਨੇ ਦੋਨਾਂ ਦੇ। ਜਿਹੜਾ ਨੋਵਲ ਆ ਉਹ ਕਿੱਥੋਂ ਲਿਆ ਗਿਆ? ਲਾਤੀਨੀ ਭਾਸ਼ਾ ਦੇ ਨੋਵੇਲਾ ਤੋਂ ਲਿਆ ਗਿਆ, ਜੋ ਸੋਚੀ ਜਾਂ ਤਾਜ਼ਾ ਬੀਤੀ ਘਟਨਾ ਦੇ ਬਿਆਨ ਦਾ ਅਰਥ ਹੈ। ਤਾਜ਼ਾ ਬੀਤੀ ਘਟਨਾ, ਕੋਈ ਵੀ ਤਾਜ਼ਾ ਘਟਨਾ ਬੀਤੀ ਆ ਉਹਦਾ ਆਪਾਂ ਬਿਆਨ ਕਰਦੇ ਹਾਂ, ਹੈ ਨਾ। ਤੁਸੀਂ ਕੁਝ ਵੀ ਦੇਖ ਕੇ ਆਏ ਹੋ ਜਦੋਂ ਉਹਦਾ ਬਿਆਨ ਕਰੋਗੇ। ਅਤੇ ਕੁਝ ਚਿੰਤਕ ਨੋਵੇਲਾ ਤੋਂ ਭਾਵ ਨਵਾਂ ਤੋਂ ਲੈਂਦੇ ਹਨ, ਪਰ ਕੁਝ ਲੋਕ ਕਹਿੰਦੇ ਨੇ ਵੀ ਇਸ ਦਾ ਭਾਵ ਨਵਾਂ ਹੋ ਸਕਦਾ ਹੈ, ਅਤੇ ਦਲੀਲ ਦਿੰਦੇ ਹੋਏ ਕਿ ਨਵਾਂ ਸਾਹਿਤ ਰੂਪ ਹੋਣ ਕਰਕੇ ਇਸ ਨੂੰ ਨੋਵੇਲਾ ਕਿਹਾ ਜਾਂਦਾ, ਠੀਕ ਹੈ ਨਾ। ਅਤੇ ਕਈ ਕਹਿੰਦੇ ਨੇ ਵੀ ਇਹ ਨਵਾਂ ਹੈ, ਇਸ ਕਰਕੇ ਇਹਨੂੰ ਨਵੇਂ ਨੂੰ, ਕਿਉਂਕਿ 20ਵੀਂ ਸਦੀ ਦੇ ਵਿੱਚ ਸ਼ੁਰੂ ਹੋਇਆ, ਨੋਵੇਲਾ ਵੀ ਕਿਹਾ ਜਾਂਦਾ ਹੈ। ਖੈਰ, ਨਾਵਲ ਤੋਂ ਭਾਵ ਅਜਿਹੇ ਰੂਪ ਤੋਂ ਹੀ ਮੰਨਣਾ ਜਾਇਜ਼ ਹੈ ਜੋ ਵਿਸ਼ੇਸ਼ ਰੂਪ ਵਿੱਚ ਪਾਤਰ ਦੀ ਜ਼ਿੰਦਗੀ ਦੀਆਂ ਅਨੇਕਾਂ ਘਟਨਾਵਾਂ ਦੀ ਵਿਆਖਿਆ ਜ਼ਿੰਦਗੀ ਦੇ ਪ੍ਰਸੰਗ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਾਵਲ ਦੀ ਇੱਕ ਜਿਹੜੀ ਗੱਲ ਇਹ ਮੰਨੀ ਜਾਂਦੀ ਹੈ ਵੀ ਇਹ ਜ਼ਿੰਦਗੀ ਦੇ ਪ੍ਰਸੰਗ ਵਿੱਚ ਪੇਸ਼ ਕਰਨ, ਵੀ ਬੰਦੇ ਦੀ ਜ਼ਿੰਦਗੀ ਨੂੰ ਬਿਆਨ ਕਰਦਾ ਨਾਵਲ ਹੈ ਜਿਹੜਾ, ਠੀਕ ਹੈ ਨਾ। ਨਾਵਲ ਦੀ ਇਸ ਵਿਆਪਕਤਾ ਕਰਕੇ ਹੀ, ਵਿਆਪਕਤਾ ਬਹੁਤ ਵਿਸ਼ਾਲ ਹੈ, ਇਸ ਵਿੱਚ ਸਮਾਜਿਕ ਵੀ ਲੋਕਾਂ, ਸਮਾਜ ਕੀ ਹੁੰਦਾ, ਲੋਕਾਂ ਨਾਲ ਵਿਚਰਨਾ, ਰਾਜਨੀਤਿਕ ਕੀ ਹੋ ਗਈ, ਰਾਜ ਹੋ ਗਿਆ, ਦੇਸ਼ ਹੋ ਗਿਆ, ਸਰਕਾਰਾਂ, ਇਤਿਹਾਸਿਕ ਕੀ ਹੁੰਦਾ ਜੋ ਬੀਤ ਚੁੱਕਿਆ, ਸੱਭਿਆਚਾਰਕ ਵੀ ਉੱਥੋਂ ਦਾ ਕਲਚਰ, ਟੈਕਨੀਕ ਹੋ ਸਕਦੀ ਹੈ, ਮਨੋਵਿਗਿਆਨਿਕ, ਮਾਨਸਿਕ ਤੌਰ 'ਤੇ ਆਦਿ ਸਭ ਕਿਸਮ ਦੇ ਵਿਸ਼ੇ ਆ ਜਾਂਦੇ ਹਨ ਇੱਕੋ ਹੀ ਨਾਵਲ ਦੇ ਵਿੱਚ, ਠੀਕ ਹੈ ਨਾ। ਅਤੇ ਪਰਿਭਾਸ਼ਾ ਦੇਖਦੇ ਹਾਂ ਬੱਚਿਓ ਆਪਾਂ, ਪੇਪਰ ਦੇ ਵਿੱਚ ਤੁਹਾਨੂੰ ਪਰਿਭਾਸ਼ਾ ਵੀ ਆ ਸਕਦੀ ਹੈ। ਨਾਵਲ ਸਾਹਿਤ ਦਾ ਉਹ ਗਦ ਰੂਪ ਹੈ ਜਿਸ ਵਿੱਚ ਘਟਨਾ ਜਾਂ ਘਟਨਾਵਾਂ ਦਾ ਵਿਉਂਤਬੱਧ ਬਿਆਨ ਹੁੰਦਾ ਹੈ, ਠੀਕ ਹੈ ਨਾ। ਨਾਵਲ ਦੇ ਵਿੱਚ ਕੀ ਹੁੰਦਾ, ਘਟਨਾਵਾਂ ਦਾ ਜਿਹੜਾ ਬਿਆਨ ਆ ਉਹ ਵਿਉਂਤਬੱਧ ਹੁੰਦਾ ਹੈ, ਵਿਉਂਤ ਬਣਾਈ ਹੁੰਦੀ ਹੈ ਵੀ ਬੰਦੇ ਦੀ, ਇਹ ਨਹੀਂ ਹੈਗਾ ਵੀ ਮਤਲਬ ਜੋ ਆ ਗਿਆ, ਠੀਕ ਹੈ। ਇੱਕ ਵਿਉਂਤ ਦੇ ਅਨੁਸਾਰ ਵੀ ਪਹਿਲਾਂ ਨਾਵਲ 'ਚ ਕੀ ਹੋ ਲਿਖਿਆ ਜਾਊਗਾ, ਉਸ ਤੋਂ ਬਾਅਦ ਕੀ ਲਿਖਿਆ ਜਾਣਾ, ਇਸ ਤਰ੍ਹਾਂ, ਠੀਕ ਹੈ ਨਾ। ਅਤੇ ਅੰਗਰੇਜ਼ੀ ਦੇ ਨਾਵਲਕਾਰ ਵਾਲਟਰ ਸਕੌਟ ਨੇ ਕਿਹਾ ਹੈ ਕਿ ਨਾਵਲ ਇੱਕ ਅਜਿਹਾ ਰੋਜ਼ਨਾਮਾ ਹੈ, ਰੋਜ਼ਨਾਮਾ ਹਰ ਰੋਜ਼ ਦੀਆਂ ਗੱਲਾਂ, ਜਿਸ ਵਿੱਚ ਸਾਡੀਆਂ ਗੱਲਾਂ ਦਾ ਜ਼ਿਕਰ ਹੋਵੇ, ਠੀਕ ਹੈ, ਅਤੇ ਪਾਤਰ ਅਜਿਹੇ ਹੋਣ ਜਿਨ੍ਹਾਂ ਨੂੰ ਅਸੀਂ ਹਰੇਕ ਗਲੀ ਦੇ ਮੋੜ 'ਤੇ ਦੇਖ ਸਕੀਏ।
ਠੀਕ ਹੈ ਨਾ ਬੱਚੋ। ਰੋਜ਼ਨਾਮਾ ਵੀ ਜ਼ਿੰਦਗੀ ਦਾ ਵੀ ਆਪਣੀ ਜ਼ਿੰਦਗੀ ਹੈ ਨਾ ਜਿੱਦਾਂ ਉਸ ਤਰ੍ਹਾਂ ਨਾਵਲ ਚੱਲਦਾ। ਇਹ ਤੁਹਾਨੂੰ ਪੁੱਛਿਆ ਜਾ ਸਕਦਾ ਬੱਚੋ ਵੀ ਰੋਜ਼ਨਾਮਾ ਕਿਸ ਨੇ ਕਿਹਾ। ਠੀਕ ਹੈ। ਤੇ ਅੱਗੇ ਰਾਲਫ ਫੌਕਸ ਦਾ ਵਿਚਾਰ ਹੈ ਕਿ ਨਾਵਲ ਕਲਪਨਾ ਪ੍ਰਧਾਨ ਗੱਦ ਹੀ ਨਹੀਂ ਹੁੰਦਾ, ਸਗੋਂ ਮਾਨਵ ਜੀਵਨ ਦਾ ਵੀ ਗੱਦ ਹੈ। ਮਤਲਬ ਗੱਦ ਦਾ ਮਤਲਬ ਕਿ ਮਾਨਵ ਜੀਵਨ ਨੂੰ ਵੀ ਇਹ ਪੇਸ਼ ਕਰਦਾ। ਠੀਕ ਹੈ ਨਾ। ਉਹ ਪਹਿਲੀ ਕਲਾ ਹੈ ਜਿਸ ਵਿੱਚ ਸੰਪੂਰਨ ਮਨੁੱਖ ਨੂੰ ਸਮਾਉਣ ਅਤੇ ਉਸ ਨੂੰ ਪ੍ਰਗਟਾਉਣ ਦਾ ਯਤਨ ਕੀਤਾ ਜਾਂਦਾ ਹੈ। ਵੀ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਨਾਵਲ ਨੂੰ ਗੱਦ ਬਿਰਤਾਂਤ ਵਿੱਚ ਕਿਸੇ ਵਿਸ਼ੇਸ਼ ਘਟਨਾ ਪ੍ਰਬੰਧ ਨੂੰ ਵਿਆਪਕ ਰੂਪ ਦੇਣ ਦੀ ਕਲਾ ਕਿਹਾ ਹੈ। ਠੀਕ ਹੈ ਨਾ। ਹਿੰਦੀ ਦੇ ਪ੍ਰਸਿੱਧ ਨਾਵਲਕਾਰ ਮੁਨਸ਼ੀ ਪ੍ਰੇਮ ਚੰਦ ਦਾ ਵਿਚਾਰ ਹੈ ਕਿ ਮੈਂ ਉਪਨਿਆਸ ਨੂੰ ਮਾਨਵ ਚਰਿੱਤਰ ਦਾ ਚਿੱਤਰ ਸਮਝਦਾ ਹਾਂ। ਠੀਕ ਹੈ। ਮਾਨਵ ਚਰਿੱਤਰ ਉੱਤੇ ਪ੍ਰਕਾਸ਼ ਪਾਉਣਾ ਅਤੇ ਉਸ ਦੇ ਰਹੱਸਾਂ ਨੂੰ ਖੋਲ੍ਹਣਾ ਹੀ ਉਪਨਿਆਸ ਦਾ ਮੂਲ ਤੱਤ ਹੈ। ਉਪਨਿਆਸ ਮਤਲਬ ਨਾਵਲ ਦਾ। ਠੀਕ ਹੈ ਬੱਚੋ। ਤੇ ਹੁਣ ਆਪਾਂ ਨਾਵਲ ਦੇ ਤੱਤ ਦੇਖਦੇ ਹਾਂ ਕਿਹੜੇ ਕਿਹੜੇ। ਜਿੱਦਾਂ ਨਾਟਕ ਦੇ ਸੀਗੇ ਨਾ, ਕੋਈ ਵੀ ਸਾਹਿਤ ਰੂਪ ਭਿੰਨ ਭਿੰਨ ਤੱਤਾਂ ਦੇ ਸੁਮੇਲ ਰਾਹੀਂ ਹੀ ਹੋਂਦ ਵਿੱਚ ਆਉਂਦਾ ਹੈ, ਮਤਲਬ ਹੋਂਦ ਧਾਰਨ ਕਰਦਾ ਹੈ। ਇਹ ਤੱਤ ਸਮੁੱਚੇ ਤੌਰ 'ਤੇ ਸਾਹਿਤ ਦੀ ਅਜਿਹੀ ਕਿਰਤ ਸਿਰਜਦੇ ਹਨ ਜਿਸ ਰਾਹੀਂ ਵਿਚਾਰਾਂ ਦਾ ਪ੍ਰਗਟਾਓ ਸੰਭਵ ਹੁੰਦਾ ਹੈ ਅਤੇ ਕਿਰਤ ਸਾਹਿਤਿਕ ਅਰਥ ਗ੍ਰਹਿਣ ਕਰਦੀ ਹੈ। ਨਾਵਲ ਦੇ ਮੁੱਖ ਤੱਤ ਇਹ ਹਨ। ਸਾਰਿਆਂ ਦੇ ਬੱਚੋ ਉਹੀ ਨੇ, ਇੱਕ ਤਰ੍ਹਾਂ ਦੇ ਨੇ। ਕਥਾਨਕ ਆ ਜਾਂਦਾ ਹੈ, ਪਾਤਰ ਆ ਜਾਂਦੇ ਨੇ, ਵਾਰਤਾਲਾਪ ਆ ਜਾਂਦੇ ਨੇ। ਆਪਾਂ ਇਹ ਦੇਖਣਾ ਵੀ ਕਥਾਨਕ ਦੇ ਵਿੱਚ ਕੀ ਕੀ ਹੈ। ਇੱਥੇ ਕਥਾਨਕ ਨਾਵਲ ਦਾ ਪਹਿਲਾ ਤੇ ਮਹੱਤਵਪੂਰਨ ਤੱਤ ਹੈ। ਇਸ ਨੂੰ ਗੋਂਦ ਤੇ ਪਲਾਟ ਵੀ ਕਿਹਾ ਜਾਂਦਾ ਹੈ। ਠੀਕ ਹੈ। ਇਹ ਤਾਂ ਆਪਾਂ ਨੂੰ ਪਤਾ ਲੱਗ ਗਿਆ, ਆਪਾਂ ਬੜੀ ਵਾਰੀ ਪੜ੍ਹ ਚੁੱਕੇ ਹਾਂ। ਨਾਵਲਕਾਰ ਜਿਹੜਾ ਨਾਵਲ ਲਿਖਦਾ ਏ ਕਥਾਨਕ ਰਾਹੀਂ ਹੀ ਆਪਣੇ ਸਮੁੱਚੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਠੀਕ ਹੈ ਬੱਚੋ। ਫਿਰ ਉਸ ਤੋਂ ਬਾਅਦ ਕਥਾਨਕ ਅੰਦਰ ਪਹਿਲਾ ਨਾਵਲਕਾਰ ਘਟਨਾਵਾਂ ਚੁਣ ਕੇ ਨਾਵਲੀ ਗੁੰਝਲਾਂ ਦੀ ਸਿਰਜਣਾ ਕਰਦਾ ਹੈ ਅਤੇ ਬਾਅਦ ਵਿੱਚ ਗੁੰਝਲਾਂ ਨੂੰ ਸੁਲਝਾਉਣ ਵਾਸਤੇ ਨਾਵਲ ਦਾ ਵਿਸਤਾਰ ਕਰਦਾ ਹੈ। ਇਸ ਅੰਦਰ ਹਰ ਗੱਲ ਨੂੰ ਕਾਰਜ ਕਰਨ ਦੇ ਪ੍ਰਸੰਗ ਵਿੱਚ ਨੇਪਰੇ ਚਾੜਿਆ ਜਾਂਦਾ ਹੈ। ਠੀਕ ਹੈ ਨਾ। ਜਿਵੇਂ ਇੱਕ ਮਾਲੀ ਵੱਖ-ਵੱਖ ਕਿਆਰੀਆਂ ਵਿੱਚੋਂ ਰੰਗ ਬਰੰਗੇ ਫੁੱਲ ਚੁਣ ਕੇ ਗੁਲਦਸਤਾ ਤਿਆਰ ਕਰਦਾ ਹੈ, ਉਸੇ ਤਰ੍ਹਾਂ ਇੱਕ ਨਾਵਲਕਾਰ ਜੀਵਨ ਵਿੱਚੋਂ ਵੱਖ-ਵੱਖ ਘਟਨਾਵਾਂ ਜਿਹੜੀਆਂ ਚੁਣ ਕੇ ਇੱਕ ਕਥਾਨਕ ਜਾਂ ਪਲਾਟ ਬਣਾਉਂਦਾ ਹੈ। ਠੀਕ ਹੈ ਨਾ। ਪੂਰਾ ਉਹਦੀ ਜਿਵੇਂ ਕਹਾਣੀ ਨਹੀਂ ਹੁੰਦੀ ਬੱਚੋ ਵੀ ਕਿਸ ਤਰ੍ਹਾਂ ਦੀ ਕਥਾ ਹੋਊਗੀ ਉਸਦੀ, ਹੈ ਨਾ, ਕਿ ਉਹਦੇ ਵਿੱਚ ਕੀ ਕੀ ਆਏਗਾ, ਸਾਰਾ ਕੁਝ ਇਸ ਦੇ ਵਿੱਚ ਆ ਜਾਂਦਾ। ਪਲਾਟ ਦੇ ਵਿੱਚ ਕੀ ਕਹਾਣੀਆਂ, ਕੀ ਕਥਾ ਹੈ। ਠੀਕ ਹੈ। ਤੇ ਕਥਾਨਕ ਦੀ ਵਿਆਖਿਆ ਕਰਦਾ ਹੋਇਆ E.M. ਫੋਰਸਟਰ ਲਿਖਦਾ ਹੈ ਕਿ ਰਾਜਾ ਮਰ ਗਿਆ, ਰਾਣੀ ਮਰ ਗਈ। ਸਧਾਰਨ ਕਥਾ ਹੈ, ਪਰ ਰਾਜਾ ਮਰ ਗਿਆ ਫਿਰ ਉਹਦੇ ਦੁੱਖ ਵਿੱਚ ਰਾਣੀ ਮਰ ਗਈ, ਇਹ ਕਥਾਨਕ ਹੈ। ਠੀਕ ਹੈ। ਵੀ ਮਤਲਬ ਦੇਖੋ ਕਿੰਨਾ ਫਰਕ ਹੈ। ਰਾਜਾ ਮਰ ਗਿਆ ਤੇ ਰਾਣੀ ਮਰ ਗਈ, ਇਹ ਤਾਂ ਕੋਈ ਸਧਾਰਨ ਗੱਲ ਹੈ। ਫਿਰ ਰਾਜਾ ਮਰ ਗਿਆ ਤੇ ਉਹਦੇ ਦੁੱਖ ਦੇ ਵਿੱਚ ਰਾਣੀ ਮਰ ਗਈ, ਇਹੀ ਘਟਨਾ ਜਿਹੜੀ ਉਹਦੇ ਦੁੱਖ ਦੇ ਵਿੱਚ ਉਹਦੇ ਨਾਲ ਕੀ ਕੀ ਬੀਤੀ, ਇਹ ਕਥਾਨਕ ਹੈ। ਠੀਕ ਹੈ। ਜਿਸ ਵਿੱਚ ਨਾ ਕੇਵਲ ਕਥਾ ਵਾਲੀ ਤਰਤੀਬ ਹੀ ਕਾਇਮ ਰਹਿੰਦੀ ਹੈ, ਸਗੋਂ ਉਸ ਦੇ ਕਾਰਨ ਕਾਰਜ ਨਾਲ ਵਿਆਖਿਆ ਵੀ ਪੇਸ਼ ਕੀਤੀ ਜਾਂਦੀ ਹੈ। ਪਰ ਆਧੁਨਿਕ ਵਿਦਵਾਨ ਇਸ ਤਰ੍ਹਾਂ ਦੇ ਸੰਬੰਧਾਂ ਨੂੰ ਬਹੁਤਾ ਮਹੱਤਵ ਨਹੀਂ ਦਿੰਦੇ। ਗੋਂਦ ਜਾਂ ਕਥਾਨਕ ਨੂੰ ਤਿਆਰ ਕਰਨ ਲਈ ਕੋਈ ਖਾਸ ਨਿਯਮ ਪੇਸ਼ ਨਹੀਂ ਕੀਤਾ ਜਾ ਸਕਦਾ, ਸਗੋਂ ਜਿਵੇਂ ਜਿਵੇਂ ਘਟਨਾਵਾਂ ਦੀ ਲੜੀ ਚੱਲਦੀ ਰਹਿੰਦੀ ਹੈ, ਇਸ ਤਰ੍ਹਾਂ ਬੱਚੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇੱਕ ਪਲਾਟ ਹੈ ਉਸ ਦੇ ਮਹੱਤਵ ਨੂੰ ਨਕਾਰਦੇ ਹੋਏ ਵਿਚਾਰ ਪੇਸ਼ ਕਰਦੇ ਹਨ ਜੋ ਵਿਦਵਾਨ ਹਨ ਕਿ ਸਾਹਿਤ ਜੀਵਨ ਦਾ ਦਰਪਣ ਹੈ। ਠੀਕ ਹੈ। ਜਿਸ ਪ੍ਰਕਾਰ ਜੀਵਨ ਵਿੱਚ ਘਟਨਾਵਾਂ ਉਗੜੇ ਦੁਗੜੇ ਰੂਪ ਵਿੱਚ ਵਾਪਰਦੀਆਂ ਹਨ ਅਤੇ ਉਹਨਾਂ ਦੀ ਕੋਈ ਵਿਸ਼ੇਸ਼ ਤਰਤੀਬ ਨਹੀਂ ਹੁੰਦੀ, ਉਸੇ ਪ੍ਰਕਾਰ ਨਾਵਲ ਦੀਆਂ ਸਮੁੱਚੀਆਂ ਘਟਨਾਵਾਂ ਨੂੰ ਮਕੈਨਿਕੀ ਢੰਗ ਨਾਲ ਜੋੜਨਾ ਠੀਕ ਪ੍ਰਤੀਤ ਹੁੰਦਾ ਹੈ। ਪਰ ਇਸ ਦਲੀਲ ਨੂੰ ਵਿਗਿਆਨਕ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਾਹਿਤ ਭਾਵੇਂ ਸਮਾਜ ਦਾ ਸ਼ੀਸ਼ਾ ਹੈ, ਪਰ ਇਸ ਵਿੱਚ ਕਲਾਕਾਰ ਦੀ ਆਪਣੀ ਪ੍ਰਤਿਭਾ ਵੀ ਸ਼ਾਮਿਲ ਹੁੰਦੀ ਹੈ। ਕਿਉਂਕਿ ਚਾਹੇ ਕੋਈ ਵੀ ਚੀਜ਼ ਹੈ, ਘਟਨਾ ਸੱਚੀ ਹੈ, ਪਰ ਇਸ ਦੇ ਵਿੱਚ ਕਲਾਕਾਰ ਦੀ ਜਿਹੜੀ ਆਪਣੀ ਵੀ ਪ੍ਰਤਿਭਾ ਸ਼ਾਮਿਲ ਹੁੰਦੀ ਹੈ। ਦਰਪਣ ਕਿੱਦਾਂ ਹੈ ਬੱਚੋ? ਸ਼ੀਸ਼ੇ ਅੱਗੇ ਆਪਾਂ ਖੜ੍ਹਦੇ ਆਪਣੀ ਤਸਵੀਰ ਦਿਸਦੀ ਹੈ ਨਾ, ਇਸ ਤਰ੍ਹਾਂ ਨਾਵਲ ਦੇ ਵਿੱਚ ਵੀ ਕਿਸੇ ਇਨਸਾਨ ਦੀ ਜ਼ਿੰਦਗੀ ਦੀ ਪੂਰੀ ਤਸਵੀਰ ਦਿਖਦੀ ਹੈ। ਲੇਖਕ ਸਾਡੇ ਜੀਵਨ ਦੀਆਂ ਘਟਨਾਵਾਂ ਤੋਂ ਪ੍ਰੇਰਨਾ ਲੈ ਕੇ ਜੀਵਨ ਵਰਗਾ ਨਾਵਲ ਲਿਖਦਾ ਹੈ। ਠੀਕ ਹੈ ਨਾ। ਜਿਸ ਵਿੱਚ ਉਹ ਆਪਣੀ ਕਲਾਤਮਿਕ ਚੋਣ ਨਾਲ ਘਟਨਾਵਾਂ ਦੀ ਸਿਰਜਣਾ ਕਰਦਾ ਹੈ।
ਇਸ ਕਰਕੇ ਕਥਾਨਕ ਦੇ ਮਹੱਤਵ ਨੂੰ ਨਕਾਰਨਾ ਯੋਗ ਨਹੀਂ ਹੈ, ਸਗੋਂ ਕਥਾਨਕ ਦੀ ਨਾਵਲ ਵਿੱਚ ਵਿਸ਼ੇਸ਼ ਮਹੱਤਤਾ ਹੁੰਦੀ ਹੈ ਬੱਚੋ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਪਾਤਰ ਉਸਾਰੀ। ਪਾਤਰ ਹੁੰਦੇ ਨੇ ਜਿਹੜੇ, ਜਿਵੇਂ ਐਕਟਰ ਹੁੰਦੇ ਨੇ ਫਿਲਮ ਦੇ ਵਿੱਚ, ਠੀਕ ਹੈ, ਉਹ ਕਿੱਦਾਂ ਐਕਟਰ ਨੇ, ਸਾਰਾ ਕੁਛ ਪਾਤਰ ਨੇ ਜੋ ਆਪਣੇ। ਕਥਾਨਕ ਤੋਂ ਬਾਅਦ ਪਾਤਰ ਉਸਾਰੀ ਨਾਵਲ ਦਾ ਦੂਜਾ ਮਹੱਤਵਪੂਰਨ ਤੱਤ ਹੈ। ਕਥਾਨਕ ਤਾਂ ਕਥਾ ਦਾ ਪਤਾ ਲੱਗ ਗਈ ਆਪਾਂ ਨੂੰ, ਠੀਕ ਹੈ ਨਾ। ਸਭ ਤੋਂ ਪਹਿਲਾਂ ਕਥਾ ਲਿਖੀ ਜਾਂਦੀ ਹੈ ਫਿਲਮਾਂ ਦੇ ਵਿੱਚ, ਤੁਸੀਂ ਫਿਲਮਾਂ ਦੇ ਜ਼ਿਆਦਾ ਨੇੜੇ ਹੋ। ਫਿਰ ਉਸ ਤੋਂ ਬਾਅਦ ਜਿਹੜਾ ਇੱਕ ਪਾਤਰ ਹੁੰਦਾ, ਠੀਕ ਹੈ ਨਾ, ਪਾਤਰ ਜਿੰਨੇ ਵੀ ਐਕਟਰ ਹੁੰਦੇ ਨੇ, ਫਿਰ ਇਹ ਦੇਖਿਆ ਜਾਂਦਾ ਵੀ ਕਿਹੜੇ ਐਕਟਰ ਨੂੰ ਕਿਹੜਾ ਰੋਲ ਦਿੱਤਾ ਜਾਏਗਾ, ਕਿੰਨੇ ਐਕਟਰ ਹੋਣਗੇ, ਹੈ ਨਾ। ਕਥਾਨਕ ਤੋਂ ਬਾਅਦ ਪਾਤਰ ਉਸਾਰੀ ਨਾਵਲ ਦਾ ਦੂਜਾ ਮਹੱਤਵਪੂਰਨ ਤੱਤ ਹੈ। ਠੀਕ ਹੈ ਬੱਚੇ, ਬਹੁਤ ਮਹੱਤਵਪੂਰਨ ਤੱਤ ਹੈ। ਅਸਲ ਵਿੱਚ ਨਾਵਲਕਾਰ ਕਥਾਨਕ ਦੀ ਸਿਰਜਣਾ ਕੇਵਲ ਬਿਆਨਾਂ ਰਾਹੀਂ ਨਹੀਂ ਕਰਦਾ, ਸਗੋਂ ਕਥਾਨਕ ਦੀ ਪੇਸ਼ਕਾਰੀ ਪਾਤਰਾਂ ਰਾਹੀਂ ਸੰਭਵ ਹੁੰਦੀ ਹੈ। ਸੋ ਪਾਤਰ ਉਸਾਰੀ ਉਹ ਕਲਾਤਮਕ ਵਿਧੀ ਹੈ ਜੋ ਅਮੂਰਤ ਕਥਾਨਕ ਨੂੰ ਸਮੂਰਤ ਰੂਪ ਪ੍ਰਦਾਨ ਕਰਦੀ ਹੈ। ਇਸ ਪ੍ਰਕਾਰ ਪਾਤਰ ਉਸਾਰੀ ਨਾਵਲ ਦਾ ਮਹੱਤਵਪੂਰਨ ਤੱਤ ਹੈ ਬੱਚੋ, ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਤਰ੍ਹਾਂ ਜਿਹੜੀ ਅਮੂਰਤ ਚੀਜ਼ ਹੈ ਉਸ ਨੂੰ ਪੂਰਾ ਮਤਲਬ ਉੱਦਾਂ ਪੇਸ਼ ਕਰਨਾ ਇਹ ਪਾਤਰਾਂ 'ਤੇ ਬਹੁਤ ਨਿਰਭਰ ਕਰਦਾ, ਠੀਕ ਹੈ ਨਾ। ਪਾਤਰ ਉਸਾਰੀ ਕਰਨ ਸਮੇਂ ਲੇਖਕ ਨੂੰ ਬੜਾ ਸੁਚੇਤ ਰਹਿਣ ਦੀ ਜ਼ਰੂਰਤ ਹੁੰਦੀ ਹੈ ਅਤੇ ਉਸ ਨੂੰ ਕਾਫੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ, ਜਿਵੇਂ ਕਿ ਨਾਵਲਕਾਰ ਪਾਤਰਾਂ ਨੂੰ ਆਪਣੀ ਕਲਪਨਾ ਰਾਹੀਂ ਸਜੀਵ ਸਰੂਪ ਦੇ ਸਕਿਆ ਹੈ ਕਿ ਨਹੀਂ, ਕਿ ਉਹ ਸਾਰੇ ਪਾਤਰ ਆਪਣੇ ਵਿਵਹਾਰ ਵਿੱਚ ਜਿਹੜੇ ਉਹਨੇ ਧਾਰੇ ਸੀਗੇ ਉਸ ਨੂੰ ਅਸਲੀ ਜ਼ਿੰਦਗੀ ਵਿੱਚ ਪਰਤਾਇਆ ਕਿ ਨਹੀਂ ਪਰਤਾਇਆ, ਠੀਕ ਹੈ ਨਾ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਅੰਦਰ ਰੱਖ ਕੇ ਪਾਤਰ ਉਸਾਰੀ ਸੰਭਵ ਹੁੰਦੀ ਹੈ। ਨਾਵਲਕਾਰ ਓਨਾ ਹੀ ਮਹਾਨ ਹੋਵੇਗਾ ਜਿੰਨੀ ਸਫਲ ਉਸਦੀ ਪਾਤਰ ਉਸਾਰੀ ਹੋਵੇਗੀ। ਬੱਚੋ ਬਹੁਤ ਜ਼ਰੂਰੀ ਹੈ ਪਾਤਰ ਉਸਾਰੀ ਦਾ ਮੇਨ ਜੋ ਪ੍ਰਮੁੱਖ ਹਿੱਸਾ ਹੈ ਨਾ। ਆਪਾਂ ਜਿਹੜੇ ਐਕਟਰ ਹੁੰਦੇ ਨੇ ਉਹਨਾਂ ਤੋਂ ਦੇਖਦੇ ਆਪਾਂ ਕੌਣ ਹੀਰੋ ਹੈ, ਕੌਣ ਵਿਲਨ ਹੈ, ਠੀਕ ਹੈ ਨਾ। ਇਸ ਕਰਕੇ ਅੰਗਰੇਜ਼ੀ ਦੇ ਆਲੋਚਕ ਹਡਸਨ ਨੇ ਲਿਖਿਆ ਹੈ ਕਿ ਅਸੀਂ ਪਾਤਰਾਂ ਨੂੰ ਜਾਣਦੇ ਹਾਂ, ਉਹਨਾਂ 'ਤੇ ਵਿਸ਼ਵਾਸ ਕਰਦੇ ਹਾਂ, ਠੀਕ ਹੈ। ਕਥਾ ਕਹਾਣੀ ਤਾਂ ਬਾਅਦ ਦੀ ਗੱਲ ਆ, ਪਰ ਪੇਸ਼ ਉਹਨੂੰ ਕੌਣ ਕਰ ਰਿਹਾ, ਪਾਤਰ ਹੀ ਕਰ ਰਹੇ ਨੇ ਬੱਚੋ, ਠੀਕ ਹੈ। ਉਹੀ ਉਹਨਾਂ ਨੇ ਕਥਾ ਦਾ ਸੁਨੇਹਾ ਦੇਣਾ ਪਾਤਰਾਂ ਨੇ, ਜਿਹੜੇ ਐਕਟਰ ਨੇ, ਠੀਕ ਹੈ। ਨਾਵਲ ਦੀਆਂ ਸਾਰੀਆਂ ਘਟਨਾਵਾਂ ਨੂੰ ਆਪਣੇ ਨੇੜੇ ਲਿਆ ਕੇ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਕਿ ਲਹੂ ਮਾਸ ਦੇ ਬਣੇ ਹੋਏ, ਠੀਕ ਹੈ, ਮਨੁੱਖਾਂ ਵਾਂਗ ਵਾਪਰਨ, ਪੂਰੇ ਸਹੀ ਜਿਹੜੇ ਸੱਚੇ ਮਨੁੱਖ ਨੇ ਉਹਨਾਂ ਦੀ ਤਰ੍ਹਾਂ ਉਹ ਲੱਗਣ ਬੱਚੋ, ਠੀਕ ਹੈ ਨਾ। ਸੋ ਉਪਰੋਕਤ ਜਿਹੜਾ ਪ੍ਰਸੰਗ ਹੈ ਨਾ ਬੱਚੋ, ਉਸ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਨਾਵਲਕਾਰ ਨੂੰ ਅਜਿਹੇ ਪਾਤਰਾਂ ਦੀ ਸਿਰਜਣਾ ਕਰਨੀ ਚਾਹੀਦੀ ਹੈ ਜੋ ਸਾਡੀ ਵਿਵਹਾਰਿਕ ਜ਼ਿੰਦਗੀ ਦੇ ਇੰਨੇ ਨੇੜੇ ਹੋਣ ਕਿ ਸਾਨੂੰ ਜ਼ਿੰਦਗੀ ਵਰਗੀ ਝਲਕ ਹੀ ਪੇਸ਼ ਸਾਡੇ ਸਾਹਮਣੇ ਉਹ ਕਰਨ ਅਤੇ ਸਾਨੂੰ ਵੀ ਪ੍ਰਤੀਤ ਹੋਵੇ। ਗੋਲ ਪਾਤਰ ਅਜਿਹੇ ਪਾਤਰ ਹੁੰਦੇ ਹਨ ਜੋ ਸਥਿਤੀਆਂ ਪਰਿਸਥਿਤੀਆਂ ਅਨੁਸਾਰ ਬਦਲਦੇ ਰਹਿੰਦੇ ਹਨ, ਜਦਕਿ ਚਪਟੇ ਪਾਤਰ ਉਹ ਹੁੰਦੇ ਹਨ ਜੋ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇੱਕੋ ਸਰੂਪ ਅਖਤਿਆਰ ਕਰੀ ਰੱਖਦੇ ਹਨ। ਇਹ ਵੀ ਆ ਸਕਦਾ ਬੱਚੋ ਪ੍ਰਸ਼ਨ ਵੀ, ਗੋਲ ਪਾਤਰ ਕਿਹੜੇ ਹੁੰਦੇ ਨੇ, ਚਪਟੇ ਕਿਹੜੇ ਹੁੰਦੇ ਨੇ। ਗੋਲ ਤਾਂ ਇਹ ਹੁੰਦੇ ਨੇ ਜਿਹੜੇ ਬਦਲ ਜਾਣ, ਠੀਕ ਹੈ, ਪਰਿਸਥਿਤੀਆਂ ਦੇ ਅਨੁਸਾਰ ਬਦਲਦੇ ਰਹਿੰਦੇ ਹਨ, ਪਰ ਚਪਟੇ ਉਹ ਹੁੰਦੇ ਨੇ ਜਿਹੜੇ ਬੱਚੋ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇੱਕੋ ਸਰੂਪ ਉਹਨਾਂ ਨੇ ਅਖਤਿਆਰ ਕੀਤਾ ਹੁੰਦਾ, ਠੀਕ ਹੈ ਨਾ। ਅੱਗੇ ਆ ਗਿਆ, ਇਸ ਪ੍ਰਕਾਰ ਕਿਸੇ ਵੀ ਨਾਵਲ ਵਿੱਚ ਪਾਤਰ ਉਸਾਰੀ ਪ੍ਰਮੁੱਖ ਸਥਾਨ ਰੱਖਦੀ ਹੈ। ਲੇਖਕ ਪਾਤਰਾਂ ਦੀ ਸਹਾਇਤਾ ਨਾਲ ਨਾ ਕੇਵਲ ਨਾਵਲ ਦੀ ਕਥਾ ਵਸਤੂ ਦਾ ਵਿਸਥਾਰ ਕਰਦਾ ਹੈ, ਸਗੋਂ ਨਾਵਲ ਦੇ ਬਿਰਤਾਂਤ ਨੂੰ ਯਥਾਰਥਕ ਸਰੂਪ ਵੀ ਪ੍ਰਦਾਨ ਕਰਦਾ ਹੈ। ਜਦੋਂ ਪਾਤਰ ਆਪਣੇ ਕਾਰਜਾਂ ਰਾਹੀਂ ਬਿਰਤਾਂਤ ਦੀ ਸਿਰਜਣਾ ਕਰਦੇ ਹਨ ਤਾਂ ਪਾਠਕਾਂ ਨੂੰ ਉਹ ਯਥਾਰਥ ਪ੍ਰਤੀਤ ਹੁੰਦੇ ਹਨ, ਠੀਕ ਹੈ, ਬਿਲਕੁਲ ਯਥਾਰਥਕ ਮਤਲਬ ਸੱਚੇ ਪ੍ਰਤੀਤ ਹੁੰਦੇ ਹਨ। ਅੱਗੇ ਬੱਚਿਓ ਪਾਤਰਾਂ ਦੇ ਵਾਰਤਾਲਾਪ, ਠੀਕ ਹੈ, ਜੋ ਐਕਟਰ ਨੇ, ਠੀਕ ਹੈ, ਉਹਨਾਂ ਦੇ ਆਪਾਂ ਕਹਿ ਦਿੰਦੇ ਹਾਂ ਵੀ ਜਿਹੜੇ ਡਾਇਲੋਗ ਨੇ, ਠੀਕ ਹੈ। ਕਥਾ ਵੀ ਆ ਗਈ ਆਪਣੇ ਕੋਲ, ਕਹਾਣੀ ਆ ਗਈ ਆਪਣੇ ਕੋਲ, ਐਕਟਰ ਵੀ ਆਪਾਂ ਚੁਣ ਲਏ, ਫਿਰ ਆਪਾਂ ਦੇਖਦੇ ਹਾਂ ਵਾਰਤਾਲਾਪ, ਠੀਕ ਹੈ, ਜਿਹੜੀ ਉਹਨਾਂ ਦੀ ਗੱਲਬਾਤ ਹੈ। ਵਾਰਤਾਲਾਪ ਨਾਵਲ ਦਾ ਅਗੇਰਲਾ ਤੱਤ ਹੈ। ਭਾਵੇਂ ਨਾਵਲ ਵਿੱਚ ਵਾਰਤਾਲਾਪ ਦੀ ਮਹੱਤਤਾ ਨਾਟਕ ਜਿੰਨੀ ਨਹੀਂ ਹੁੰਦੀ, ਫਿਰ ਵੀ ਵਾਰਤਾਲਾਪ ਦੀ ਸਾਰਥਕਤਾ ਨੂੰ ਨਾਵਲ ਵਿੱਚੋਂ ਖਾਰਜ ਨਹੀਂ ਕੀਤਾ ਜਾ ਸਕਦਾ। ਨਾਵਲ ਵਿੱਚ ਵਾਰਤਾਲਾਪ ਪਾਤਰ ਉਸਾਰੀ ਕਰਨ ਅਤੇ ਕਥਾਨਕ ਨੂੰ ਸਿਰਜਣ ਵਿੱਚ ਪ੍ਰਮੁੱਖ ਰੋਲ ਅਦਾ ਕਰਦਾ ਹੈ, ਠੀਕ ਹੈ, ਅਦਾ ਕਰਦੇ ਨੇ ਉਹ। ਲੇਖਕ ਪਾਤਰਾਂ ਦੀ ਵਿਸ਼ੇਸ਼ ਮਾਨਸਿਕ ਸਥਿਤੀ ਦੀ ਅਭਿਵਿਅਕਤੀ ਵਾਰਤਾਲਾਪ ਰਾਹੀਂ ਹੀ ਕਰਦਾ ਹੈ, ਜਿਸ ਕਰਕੇ ਵਾਰਤਾਲਾਪ ਪਾਤਰਾਂ ਦੇ ਵਿਸ਼ੇਸ਼ੀਕਰਨ ਦਾ ਪ੍ਰਮੁੱਖ ਹਥਿਆਰ ਹੋ ਨਿਬੜਦੇ ਹਨ। ਇੱਕ ਚਿੰਤਕ ਨੇ ਵਾਰਤਾਲਾਪ ਦੇ ਗੁਣਾਂ ਵਿੱਚ ਸੰਖੇਪਤਾ, ਸੁਭਾਵਿਕਤਾ, ਨਾਟਿਕਤਾ ਦੀ ਚਰਚਾ ਕੀਤੀ ਹੈ। ਬੱਚਿਓ ਵੀ ਮਤਲਬ ਇੱਕ ਚਿੰਤਕ ਕੌਣ, ਕਿਸੇ ਵੀ ਵਿਅਕਤੀ ਜਿਹੜਾ ਮਤਲਬ ਪੜ੍ਹਦੇ ਰਹਿੰਦੇ ਨੇ ਇਸ ਲੈਵਲ 'ਤੇ, ਠੀਕ ਹੈ, ਉਹਨਾਂ ਨੇ ਕਿਹਾ ਵੀ ਇਹਨਾਂ ਦੇ ਵਿੱਚ ਸੰਖੇਪਤਾ ਵੀ, ਮਤਲਬ ਇਹ ਨਹੀਂ ਵੀ ਵਾਧੂ ਸ਼ਬਦ ਬੋਲੀ ਜਾਣ, ਸੁਭਾਵਿਕਤਾ
ਵੀ ਜਿਹੜਾ ਉਹਨੂੰ ਲੱਗੇ ਵੀ ਹਾਂ ਅਸਲੀਅਤ ਹੈ, ਤੇ ਉਹਦੇ ਨਾਲ ਨਾਲ ਇਹ ਨਾਟਕੀ ਰੂਪ ਵੀ ਉਹਨਾਂ ਨੂੰ ਮਤਲਬ ਵਧੀਆ, ਨਾਟਕੀ ਵੀ ਇੱਕ ਅਲੱਗ ਜੀ, ਜਿਵੇਂ ਆਪਾਂ ਕਹਿੰਦੇ ਵੀ ਨਾਟਕ ਕਰਨਾ ਕਿਸੇ ਦਾ, ਜਾਂ ਮਤਲਬ ਨਾਟਕੀ ਅੰਦਾਜ਼ ਦੇ ਵਿੱਚ ਜਿਹੜਾ ਪੇਸ਼ ਕਰਨਾ, ਉਹ ਵੀ ਇੱਕ ਉਹਦੇ ਵਿੱਚ ਹੋਣਾ ਚਾਹੀਦਾ, ਗੁਣ ਹੋਣਾ ਚਾਹੀਦੇ ਨੇ ਜਿਹੜੇ ਵਾਰਤਾਲਾਪ ਨੇ। ਇੱਕ ਪਾਸੇ ਵਾਰਤਾਲਾਪਾਂ ਦੀ ਰੌਚਿਕਤਾ ਨੂੰ ਵਧਾਉਂਦੇ ਹਨ ਅਤੇ ਦੂਜੇ ਪਾਸੇ ਨਾਵਲ ਦੇ ਗਲਪ ਸੰਸਾਰ ਨੂੰ ਸਿਰਜਣ ਦੀ ਸਮਰੱਥਾ ਕਰਦੇ ਨੇ, ਜਿਹੜੇ ਰੌਚਕ ਬਣਾਉਂਦੇ ਨਾਵਲ ਨੂੰ। ਠੀਕ ਹੈ, ਵਾਰਤਾਲਾਪ ਹਮੇਸ਼ਾ ਸਥਾਨ ਅਤੇ ਪਾਤਰਾਂ ਦੇ ਸੁਭਾਅ ਅਨੁਸਾਰ ਹੀ ਹੋਣਾ ਚਾਹੀਦਾ ਹੈ। ਠੀਕ ਹੈ, ਹੁੰਦੀ ਵੀ ਹੈ। ਪਾਤਰ ਆਪਣੇ ਵਿਸ਼ੇਸ਼ ਖੇਤਰ, ਕਿੱਤੇ ਅਤੇ ਵਿਦਿਅਕ ਯੋਗਤਾ ਆਦਿ ਅਨੁਸਾਰ ਗੱਲਬਾਤ ਕਰਦੇ ਹਨ। ਠੀਕ ਹੈ ਨਾ, ਵੀ ਜਿੱਦਾਂ ਦੇ ਉਹ ਵਿਦਿਅਕ ਯੋਗਤਾ ਹੁੰਦੀ ਹੈ ਅਤੇ ਉਸ ਤਰ੍ਹਾਂ ਸਾਰੇ ਉਹ ਗੱਲਬਾਤ ਕਰਦੇ ਨੇ। ਇਹ ਨਹੀਂ ਹੈਗਾ ਵੀ ਮਤਲਬ ਕੋਈ ਬੰਦਾ ਖੇਤਾਂ 'ਚ ਕੰਮ ਕਰ ਰਿਹਾ, ਉਹ ਪੜ੍ਹੇ ਲਿਖੇ ਦੀ ਤਰ੍ਹਾਂ ਕੋਟ ਪੈਂਟ ਪਾ ਕੇ ਜਾਵੇ ਅਤੇ ਉੱਦਾਂ ਗੱਲਾਂ ਕਰੇ। ਠੀਕ ਹੈ ਨਾ, ਜਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਇਨਸਾਨ ਕੰਪਨੀ 'ਚ ਬੈਠਾ ਹੈ ਤਾਂ ਉਹਨੇ ਕਹੀ ਅੱਗੇ ਮੋਢੇ 'ਤੇ ਰੱਖੀ ਹੋਵੇ ਤਾਂ ਉੱਦਾਂ ਦੀਆਂ ਗੱਲਾਂ ਕਰਦਾ ਹੋਵੇ, ਇੱਦਾਂ ਵੀ ਕੁਛ ਵੀ ਨਹੀਂ। ਠੀਕ ਹੈ, ਸਥਾਨਕ ਰੰਗਣ। ਠੀਕ ਹੈ, ਸਥਾਨਕ ਰੰਗਣ ਮਤਲਬ ਵੀ ਮਾਹੌਲ ਕਿੱਦਾਂ ਦਾ ਸਿਰਜਣਾ ਆਪਾਂ ਨਾਵਲ ਦੇ ਵਿੱਚ। ਸਥਾਨਕ ਰੰਗਣ ਨਾਵਲ ਦਾ ਜ਼ਰੂਰੀ ਗੁਣ ਹੈ। ਨਾਵਲਕਾਰ ਆਪਣੀ ਰਚਨਾ ਸਮੇਂ ਸਮੁੱਚੇ ਬਿਰਤਾਂਤ ਦੀ ਜਿਹੜੀ ਸਿਰਜਣਾ ਹੈ ਵਿਸ਼ੇਸ਼ ਭੂਖੰਡ ਦੇ ਲੋਕਾਂ ਦੇ ਜੀਵਨ, ਭੂਖੰਡ 'ਚ ਵੀ ਵਿਸ਼ੇਸ਼ ਇਲਾਕੇ ਦੇ ਲੋਕਾਂ ਦੇ ਉੱਪਰ ਆਧਾਰਿਤ ਕਰਦਾ ਹੈ। ਲੋਕਾਂ ਦੇ ਸੁਭਾਅ ਦਾ, ਕਿਉਂਕਿ ਵਿਸ਼ੇਸ਼ ਖਿੱਤੇ ਦੀ ਜੀਵਨ ਜਾਂਚ, ਰਹਿਣ ਸਹਿਣ, ਆਚਾਰ ਵਿਹਾਰ ਆਦਿ ਨਾਲ 9 ਮਾਸ ਦਾ ਰਿਸ਼ਤਾ ਹੁੰਦਾ ਵੀ ਜਿਸ ਤਰ੍ਹਾਂ ਦੇ ਲੋਕ ਨੇ। ਬੱਚੋ ਇਹ ਨਹੀਂ ਹੈਗਾ ਵੀ ਮਰਾਠੀ ਨਾਵਲ ਲਿਖ ਰਹੇ ਹਾਂ ਆਪਾਂ ਪੰਜਾਬੀ ਆਲਾ ਦੁਆਲਾ ਦਿਖਾ ਦਈਏ, ਨਹੀਂ। ਸਥਾਨਕ ਰੰਗਣ ਦੀ ਮਹੱਤਤਾ ਇਸ ਕਰਕੇ ਹੋਰ ਵਧੇਰੇ ਹੋ ਜਾਂਦੀ ਹੈ ਕਿ ਇਸ ਨਾਲ ਨਾ ਕੇਵਲ ਦਿਲਚਸਪੀ ਅਤੇ ਰੌਚਿਕਤਾ ਵੱਧਦੀ ਹੈ, ਸਗੋਂ ਪਾਠਕ ਦੀ ਆਮ ਵਾਕਫੀ ਵਿੱਚ ਵੀ ਵਾਧਾ ਹੁੰਦਾ ਹੈ। ਕਿਉਂਕਿ ਆਪਾਂ ਦੇਖੋ ਨਾਵਲ ਕੋਈ ਵੀ ਪੜ੍ਹਦੇ ਹਾਂ ਤਾਂ ਆਪਾਂ ਨੂੰ ਉੱਥੋਂ ਦੇ ਕਲਚਰ ਦੇ ਬਾਰੇ ਵੀ ਪਤਾ ਲੱਗਦਾ ਹੈ ਨਾ, ਅਤੇ ਰੌਚਿਕਤਾ ਵੀ ਆਉਂਦੀ ਹੈ। ਸੋ ਸਥਾਨਕ ਰੰਗਣ, ਸਥਾਨਕ ਰੰਗਣ ਮਤਲਬ ਉਹ ਇਲਾਕੇ ਦਾ ਪੂਰਾ ਪ੍ਰਭਾਵ ਪਵੇ, ਹੈ ਨਾ, ਵੀ ਜਿਵੇਂ ਕੋਈ ਪੰਜਾਬ ਦਾ ਬੰਦਾ ਉਹੀ ਪੰਜਾਬੀ ਸੱਭਿਆਚਾਰ ਝਲਕੇ। ਸੋ ਸਥਾਨਕ ਸਥਾਨ ਦੀ ਜਿਹੜੀ ਰੰਗ ਹੈ ਨਾ, ਰੰਗਤ ਹੈ, ਨਾਵਲ ਦਾ ਪ੍ਰਮੁੱਖ ਅੰਗ ਹੋ ਨਿਬੜਦੀ ਹੈ। ਪਰ ਇਸ ਦਾ ਇਹ ਭਾਵ ਨਹੀਂ ਕਿ ਨਾਵਲਕਾਰ ਕੇਵਲ ਦ੍ਰਿਸ਼ਟਾਂਤਿਕ ਜਿਹੜੇ ਵੇਰਵੇ ਨੇ ਨਾ ਉਹ ਦੇ ਕੇ ਸਿਰਫ ਸਥਾਨਕ ਵਸਤੂਆਂ ਦਾ ਚਿੱਤਰਣ ਕਰਦਾ ਰਹੇ। ਅਜਿਹੀ ਰੁਚੀ ਵੀ ਜਾਇਜ਼ ਨਹੀਂ, ਕਿਉਂਕਿ ਇਸ ਨਾਲ ਨਾ ਕੇਵਲ ਨਾਵਲ ਦੀ ਸਾਰਥਕਤਾ ਨੂੰ ਠੇਸ ਪਹੁੰਚਦੀ ਹੈ, ਸਗੋਂ ਪਾਠਕ ਅਕੇਵਾਂ ਵੀ ਮਹਿਸੂਸ ਕਰਦੇ ਨੇ। ਠੀਕ ਹੈ ਨਾ, ਅਤੇ ਵੀ ਜ਼ਿਆਦਾ ਵੀ ਨਹੀਂ, ਪਰ ਲੋੜ ਮੁਤਾਬਿਕ ਸਥਾਨਕ ਰੰਗਣ ਦਾ ਚਿੱਤਰਣ ਨਾਵਲ ਦੀ ਗਲਪੀ ਸਾਰਥਕਤਾ ਨੂੰ, ਮਤਲਬ ਜਿੱਦਾਂ ਨਾਵਲ ਨੂੰ ਸਹੀ ਜੋ ਸਥਾਨ ਮਿਲਣਾ ਚਾਹੀਦਾ ਹੈ ਉਸ ਨੂੰ ਰੌਚਕ ਇਹ ਬਣਾਉਂਦਾ ਹੈ ਬੱਚੋ। ਠੀਕ ਹੈ, ਫਿਰ ਉਸ ਤੋਂ ਬਾਅਦ ਭਾਸ਼ਾ ਆ ਗਈ। ਸਾਹਿਤ ਰਚਨਾ ਇੱਕ ਸ਼ਬਦੀ ਕਲਾ ਹੈ। ਸਾਹਿਤ ਕੀ ਹੈ ਬੱਚੋ? ਸ਼ਬਦੀ ਕਲਾ ਹੀ ਹੈ ਇਹ, ਕੋਈ ਇੱਦਾਂ ਤਾਂ ਹੈ ਨਹੀਂ ਆਪਾਂ ਮੇਜ਼ ਕੁਰਸੀ ਬਣਾ ਰਹੇ ਹਾਂ ਇਸ ਦੇ ਵਿੱਚ ਸ਼ਬਦਾਂ ਰਾਹੀਂ ਆਪਣੇ ਆਪ ਨੂੰ ਬਿਆਨ ਕਰਨਾ, ਹੈ ਨਾ। ਸ਼ਬਦੀ ਕਲਾ ਇਹ ਮਤਲਬ ਥੋੜ੍ਹਾ ਅਲੱਗ ਭਾਸ਼ਾ ਵਰਤੀ ਹੋਈ ਹੈ, ਮਤਲਬ ਸਜਾ ਕੇ ਪੇਸ਼ ਕੀਤੀ ਹੋਈ ਹੈ, ਪਰ ਅਰਥ ਤਾਂ ਉਹੀ ਨੇ ਇਸਦੇ, ਹੈ ਨਾ। ਸ਼ਬਦਾਂ ਦੇ ਨਾਲ ਸਾਰੇ ਸ਼ਬਦ ਹੀ ਲਿਖੇ ਹੋਏ ਨੇ, ਸ਼ਬਦ ਹੀ ਆਪਾਂ ਪੜ੍ਹਦੇ ਹਾਂ। ਠੀਕ ਹੈ, ਸ਼ਬਦ ਹੀ ਆਪਾਂ ਬੋਲਦੇ ਹਾਂ, ਜਿਸ ਕਰਕੇ ਨਾਵਲ ਦੀ ਰਚਨਾ ਵੀ ਸ਼ਬਦਾਂ ਦੇ ਸਹਿਯੋਗ ਸੁਮੇਲ ਰਾਹੀਂ ਹੀ ਸੰਭਵ ਹੈ। ਮਤਲਬ ਭਾਸ਼ਾ ਬਹੁਤ ਜ਼ਰੂਰੀ ਹੈ ਬੱਚਿਓ, ਵੀ ਕਿੱਦਾਂ ਦੀ ਆਪਾਂ ਵਰਤਦੇ ਹਾਂ। ਨਾਵਲ ਵਿੱਚ ਵਰਤੀ ਜਾਣ ਵਾਲੀ ਜਿਹੜੀ ਭਾਸ਼ਾ ਹੁੰਦੀ ਹੈ ਨਾ ਉਹ ਵੀ ਬੱਚਿਓ ਬਹੁਤ ਬਹੁਤ ਜ਼ਰੂਰੀ ਹੈ। ਠੀਕ ਹੈ, ਸ਼ਬਦਾਂ ਦੇ ਸਹਿਯੋਗ ਸੁਮੇਲ ਰਾਹੀਂ ਹੀ ਸੰਭਵ ਹੁੰਦੀ ਹੈ, ਮਤਲਬ ਵਧੀਆ ਸੁਮੇਲ ਹੋਵੇ ਇਹਨਾਂ ਦਾ। ਨਾਵਲ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਨੂੰ 2 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੀ ਪਾਤਰਾਂ ਦੀ ਬੋਲੀ ਜਾਣ ਵਾਲੀ ਭਾਸ਼ਾ, ਦੂਜੀ ਨਾਵਲਕਾਰਾਂ ਵੱਲੋਂ ਬਿਰਤਾਂਤ ਸਿਰਜਣ ਸਮੇਂ ਵਰਤੀ ਜਾਣ ਵਾਲੀ ਭਾਸ਼ਾ। ਠੀਕ ਹੈ ਨਾ, ਅਤੇ ਨਾਵਲ ਅੰਦਰ ਦੋਵੇਂ ਪ੍ਰਕਾਰ ਦੀ ਭਾਸ਼ਾ ਹੈ ਜਿਹੜੀ ਵਿਸ਼ੇਸ਼ ਅਹਿਮੀਅਤ ਰੱਖਦੀ। ਕਿਹੜੀ? ਪਹਿਲੀ ਪਾਤਰਾਂ ਦੁਆਰਾ ਜਿਹੜੇ ਪਾਤਰ ਬੋਲਦੇ ਨੇ, ਦੂਜੀ ਨਾਵਲਕਾਰ ਵੱਲੋਂ ਬਿਰਤਾਂਤਕ ਸਿਰਜਣ ਸਮੇਂ ਵਰਤੇ। ਕੋਈ ਇੱਕ ਤਾਂ ਬੱਚੋ ਡਾਇਲੋਗ ਹੁੰਦੇ ਨੇ, ਹੈ ਨਾ, ਡਾਇਲੋਗ ਬੋਲੀ ਜਾਂਦੇ ਨੇ, ਉਹ ਭਾਸ਼ਾ ਇੱਕ ਉਂਝ ਜਾਣਕਾਰੀ ਨਹੀਂ ਦਿੱਤੀ ਹੁੰਦੀ ਵੀ ਉਹ ਦੋਨੋਂ ਸ਼ਹਿਰ ਨੂੰ ਜਾ ਰਹੇ ਸਨ। ਸ਼ਹਿਰ ਨੂੰ ਜਾਣਾ ਤਾਂ ਇੱਕ ਬਿਰਤਾਂਤਿਕ ਭਾਸ਼ਾ ਹੋਊਗੀ। ਠੀਕ ਹੈ, ਫਿਰ ਜਦੋਂ ਇੱਕ ਦੂਜੇ ਨਾਲ ਗੱਲਾਂ ਕਰਨਗੇ, ਕੌਮਿਆਂ ਦੇ ਵਿੱਚ ਬੰਦ ਗੱਲਾਂ ਹੁੰਦੀਆਂ ਨੇ, ਉਹ ਪਾਤਰਾਂ ਦੀਆਂ ਗੱਲਾਂ ਹੋਣਗੀਆਂ ਨੇ, ਦੋਵੇਂ ਬਹੁਤ ਵਧੀਆ ਹੋਣੀਆਂ ਚਾਹੀਦੀਆਂ ਨੇ। ਅਕਸਰ ਨਾਵਲਕਾਰ ਜਿਹੜੇ ਪਾਤਰਾਂ ਦੀ ਭਾਸ਼ਾ ਅਤੇ ਬਿਰਤਾਂਤ ਦੀ ਸਮਾਨਤਾ ਨੂੰ ਸਿਰਜਦੇ ਹੋਏ ਜਾਂ ਫਿਰ ਦੋਵੇਂ ਹੀ ਸਥਾਨਕ ਭਾਸ਼ਾ ਅੰਦਰ ਲਿਖ ਦਿੰਦੇ ਹਨ। ਇਹ ਰੁਚੀ ਨਿਆਇਸ਼ੀਲ ਨਹੀਂ, ਕਿਉਂਕਿ ਅਜਿਹੀ ਰੁਚੀ ਨਾ ਕੇਵਲ ਨਿਆਇਸ਼ੀਲਤਾ ਨੂੰ ਖਤਮ ਕਰਦੀ ਹੈ, ਸਗੋਂ ਜਿਹੜਾ ਨਾਵਲ ਉਸਦੇ ਪ੍ਰਭਾਵ ਨੂੰ ਵੀ ਘੱਟ ਕਰਦੀ ਹੈ। ਇਸ ਪ੍ਰਕਾਰ ਸਪਸ਼ਟ ਹੈ ਕਿ ਭਾਸ਼ਾ ਦੀ ਜਿਹੜੀ ਚੋਣ ਹੈ ਉਹਨੂੰ ਲੇਖਕ ਬਹੁਤ ਸੁਚੇਤ ਹੋ ਕੇ ਸਾਡੇ ਸਾਹਮਣੇ ਲੈ ਕੇ ਆਵੇ। ਉਸ ਨੂੰ ਅਜਿਹੀ ਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਨਾਵਲ ਦਾ ਸਾਹਿਤਿਕ ਪ੍ਰਭਾਵ ਖੰਡਿਤ ਨਾ ਹੋਵੇ। ਠੀਕ ਹੈ ਨਾ, ਸਾਹਿਤਿਕ ਪ੍ਰਭਾਵ ਵੀ ਰਹੇ। ਸ਼ੈਲੀ ਆ ਗਿਆ ਬੱਚੋ, ਸ਼ੈਲੀ ਦੇਖਦੇ ਹਾਂ ਕੀ ਹੁੰਦੀ ਹੈ।
ਭਾਸ਼ਾ ਦੇ ਨਾਲ ਸ਼ੈਲੀ ਪ੍ਰਤੀ ਵੀ ਜਿਹੜਾ ਲੇਖਕ ਹੈ ਬਹੁਤ ਸੁਚੇਤ ਹੋਣਾ ਚਾਹੀਦਾ ਹੈ। ਠੀਕ ਹੈ, ਨਾਵਲ ਅੰਦਰ ਕਈ ਪ੍ਰਕਾਰ ਦੀ ਸ਼ੈਲੀਗਤ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਵਰਣਾਤਕ ਵਿਧੀ, ਬਿਰਤਾਂਤਿਕ ਵਿਧੀ, ਚੇਤਨ ਪ੍ਰਵਾਹ, ਠੀਕ ਹੈ, ਵਿਧੀ ਆਦਿ। ਲੇਖਕ ਇਹਨਾਂ ਵਿੱਚੋਂ ਕੋਈ ਵੀ ਵਿਧੀ ਲੈ ਕੇ ਆਪਣੇ ਗਲਪੀ ਸੰਸਾਰ ਦੀ ਸਿਰਜਣਾ ਕਰ ਸਕਦਾ ਹੈ। ਠੀਕ ਹੈ, ਸਾਰੀਆਂ ਵਿਧੀਆਂ ਲੈ ਕੇ। ਭਾਵੇਂ ਸ਼ੈਲੀਗਤ ਵਿਧੀਆਂ ਦੀ ਚੋਣ ਲੇਖਕ ਦਾ ਵਿਅਕਤੀਗਤ ਮਾਮਲਾ ਹੈ, ਫਿਰ ਵੀ ਇਹ ਜ਼ਰੂਰੀ ਹੈ ਕਿ ਲੇਖਕ ਉਹਨਾਂ ਹੀ ਵਿਧੀਆਂ ਦੀ ਵਰਤੋਂ ਕਰੇ ਜਿਨ੍ਹਾਂ ਰਾਹੀਂ ਉਸਦੇ ਗਲਪੀ ਵਸਤੂ ਦਾ ਯੋਗ ਪ੍ਰਗਟਾ ਹੋ ਸਕੇ। ਮਤਲਬ ਇੱਦਾਂ ਦੀ ਵਿਧੀ ਵਰਤਣੀ ਚਾਹੀਦੀ ਹੈ ਬੱਚੋ ਵੀ ਜਿਹਦੇ ਨਾਲ ਨਾਵਲ ਵਧੀਆ ਲੱਗੇ। ਇਸ ਤਰ੍ਹਾਂ ਨਾਵਲ ਸ਼ੈਲੀ ਦੇ ਪ੍ਰਸੰਗ ਵਿੱਚ ਕਿਹਾ ਜਾ ਸਕਦਾ ਹੈ ਕਿ ਸ਼ੈਲੀ ਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ ਨਾਵਲ ਨੂੰ ਯੋਗ ਨਾਵਲੀ ਸ਼ੈਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਦਾ ਨਾਵਲ ਉਸ ਤਰ੍ਹਾਂ ਦੀ ਸ਼ੈਲੀ। ਠੀਕ ਹੈ, ਅੱਗੇ ਆ ਗਿਆ ਉਦੇਸ਼। ਹਰ ਇੱਕ ਸਾਹਿਤਕ ਜਿਹੜੀ ਕਿਰਤ ਹੁੰਦੀ ਹੈ ਉਸ ਦਾ ਕੋਈ ਨਾ ਕੋਈ ਉਦੇਸ਼ ਤਾਂ ਬੱਚੋ ਜ਼ਰੂਰ ਹੁੰਦਾ ਹੈ। ਦੇਖੋ ਆਪਾਂ ਅਗਰ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਲਿਖਦੇ ਹਾਂ ਤਾਂ ਉਹਦੇ ਵਿੱਚ ਕਿਸਾਨਾਂ ਦੀ ਸਮੱਸਿਆਵਾਂ ਉਦੇਸ਼ ਹੋਣਗੀਆਂ, ਉਹਦੇ ਦੁਆਰਾ ਹੀ ਆਪਾਂ ਕਿਸੇ ਕਿਸਾਨ ਨੂੰ ਲੈ ਲਾਂਗੇ, ਉਸਦੇ ਡਾਇਲੋਗ ਬੋਲਾਂਗੇ, ਪਾਤਰ ਬੋਲਾਂਗੇ, ਠੀਕ ਹੈ, ਪਾਤਰ ਲਵਾਂਗੇ। ਠੀਕ ਹੈ, ਹਰ ਇੱਕ ਸਾਹਿਤਕ ਕਿਰਤ ਦਾ ਕੋਈ ਨਾ ਕੋਈ ਉਦੇਸ਼ ਹੋਣਾ ਬਹੁਤ ਜ਼ਰੂਰੀ ਹੈ। ਜਿਸ ਪ੍ਰਕਾਰ ਰੂਹ ਤੋਂ ਬਿਨਾਂ ਸਰੀਰ ਜਿਹੜਾ ਹੈਗਾ ਬੇਜਾਨ ਅਤੇ ਵਿਅਰਥ ਹੋ ਜਾਂਦਾ ਹੈ, ਉਸੇ ਪ੍ਰਕਾਰ ਉਦੇਸ਼ ਤੋਂ ਬਿਨਾਂ ਰਚਨਾ ਬੇਜਾਨ ਅਤੇ ਨਿਰਾਰਥਕ ਹੋ ਜਾਂਦੀ ਹੈ। ਨਾਵਲ ਦਾ ਵੀ ਕੋਈ ਨਾ ਕੋਈ ਉਦੇਸ਼ ਹੋਣਾ ਬਹੁਤ ਜ਼ਰੂਰੀ ਹੈ। ਉਦੇਸ਼ ਤੋਂ ਬਿਨਾਂ ਰਚੇ ਗਏ ਨਾਵਲ ਨੂੰ ਨਾਵਲ ਮੰਨਣਾ ਯੋਗ ਨਹੀਂ, ਕਿਉਂਕਿ ਅਜਿਹੀ ਰਚਨਾ ਆਪਣੇ ਸਾਹਿਤਿਕ ਮਹੱਤਵ ਤੋਂ ਬੇਮੁਖ ਹੁੰਦੀ ਹੈ। ਹੈਨਰੀ ਜੇਮਸ ਅਨੁਸਾਰ ਨਾਵਲ ਲਈ ਕਿਸੇ ਉਦੇਸ਼ ਦਾ ਹੋਣਾ ਬਹੁਤ ਬਹੁਤ ਜ਼ਰੂਰੀ। ਠੀਕ ਹੈ ਬੱਚਿਓ, ਫਿਰ ਆਪਾਂ ਕਹਿ ਸਕਦੇ ਹਾਂ ਵੀ ਨਾਵਲ ਦੀ ਜਿਹੜੀ ਹੋਂਦ ਹੈ ਨਾ ਬੱਚਿਓ, ਜਿੰਨੇ ਵੀ ਤੱਤ ਨੇ ਉਹਨਾਂ ਉਹ ਬਹੁਤ ਜ਼ਰੂਰੀ ਨੇ। ਠੀਕ ਹੈ, ਸਾਰੇ ਤੱਤ ਜੋ ਆਪਾਂ ਹੁਣ ਤੱਕ ਪੜ੍ਹੇ ਨੇ। ਠੀਕ ਹੈ, ਵੀ ਮਤਲਬ ਭਾਸ਼ਾ ਵਧੀਆ ਹੋਵੇ, ਸ਼ੈਲੀ ਵਧੀਆ ਹੋਵੇ, ਠੀਕ ਹੈ, ਉਦੇਸ਼ ਉਹਦਾ ਉਹ ਜ਼ਰੂਰੀ ਹੋਣਾ ਚਾਹੀਦਾ ਹੈ, ਪਾਤਰ ਸਹੀ ਹੋਣਾ, ਠੀਕ ਹੈ, ਵਾਰਤਾਲਾਪ ਸਹੀ ਹੋਣਾ, ਕਥਾਨਕ ਸਹੀ ਹੋਵੇ। ਫਿਰ ਇਸ ਤੋਂ ਬਾਅਦ ਆ ਗਿਆ ਨਾਵਲ ਦੇ ਪ੍ਰਕਾਰ। ਠੀਕ ਹੈ, ਵੀ ਨਾਵਲ ਜਿਹੜਾ ਕਿੰਨੇ ਪ੍ਰਕਾਰ ਦਾ ਆਪਾਂ ਦੇਖਦੇ ਹਾਂ। ਭਾਵੇਂ ਨਾਵਲ ਦੇ ਨਿਸ਼ਚੇ ਨਾਲ ਜਿਹੜੇ ਪ੍ਰਕਾਰਾਂ ਦੀ ਜਿਹੜੀ ਵੰਡ ਕਰਨੀ ਬਹੁਤ ਔਖੀ ਹੈ, ਪਰ ਫਿਰ ਵੀ ਹਰ ਪ੍ਰਕਾਰ ਦੇ ਨਾਵਲ ਦੀਆਂ ਰੂਪ ਚੋਣ ਅਤੇ ਵਿਸ਼ੇ ਦੇ ਨਿਭਾਅ ਦੇ ਪੱਖ ਤੋਂ ਕੁਝ ਅਜਿਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਮੁੱਖ ਰੱਖ ਕੇ ਨਾਵਲਾਂ ਨੂੰ ਨਿਖੇੜਿਆ ਜਾ ਸਕਦਾ ਹੈ। ਆਮ ਤੌਰ 'ਤੇ ਨਾਵਲਾਂ ਦੀਆਂ ਕਈ ਵੰਨਗੀਆਂ ਹਨ, ਜਿਵੇਂ ਤਲਿਸਮੀ ਨਾਵਲ ਜਿਹੜੇ ਇੱਕ ਆਪਾਂ ਨੂੰ ਅਲੱਗ ਹੀ ਦੁਨੀਆ ਦੇ ਵਿੱਚ ਲੈ ਜਾਣ, ਜਾਦੂਈ ਰੰਗਾਂ ਦੇ ਵਿੱਚ। ਜਾਸੂਸੀ ਨਾਵਲ ਕਿਹੜੇ ਹੁੰਦੇ ਨੇ, ਜਿਹੜੇ ਕਿਸੇ ਦਾ ਖੂਨ ਹੋ ਗਿਆ, ਚੋਰੀ ਹੋ ਗਈ, ਉਹਦਾ ਪਤਾ ਕਰਨਾ ਚੋਰ ਦਾ, ਹੈ ਨਾ। ਇਤਿਹਾਸਿਕ ਨਾਵਲ ਜਿਹੜੇ ਕਿ ਪੁਰਾਣੇ ਜੋ ਬੀਤ ਚੁੱਕਿਆ ਰਾਜਿਆਂ ਮਹਾਰਾਜਿਆਂ ਦੇ। ਸਮਾਜਿਕ ਨਾਵਲ ਉਹ ਹੁੰਦੇ ਨੇ, ਠੀਕ ਹੈ ਨਾ, ਜਿਹੜੇ ਵੀ ਮਤਲਬ ਹੁਣ ਕਿਸਾਨ ਦੇ ਮੁੱਦੇ ਆ ਗਏ, ਪਰਿਵਾਰਾਂ ਦੇ ਮੁੱਦੇ ਆ ਗਏ, ਠੀਕ ਹੈ, ਇਸ ਤਰ੍ਹਾਂ ਦੇ। ਮਨੋਵਿਗਿਆਨਿਕ ਜਿਹੜੇ ਆਪਣੀ ਮਾਨਸਿਕ ਗੱਲਾਂ ਹੁੰਦੀਆਂ ਨੇ, ਠੀਕ ਹੈ ਨਾ, ਕਿਸੇ ਦੀ ਭਾਵਨਾਵਾਂ ਬਾਰੇ ਵਿਅਕਤ ਕਰਨਾ। ਚੇਤਨਾ ਪ੍ਰਵਾਹ ਨਾਵਲ ਜਿਹੜੀ ਆਪਣੀ ਚੇਤਨਾ ਦਾ ਪ੍ਰਵਾਹ ਲੈ ਕੇ ਅੱਗੇ ਅੱਗੇ ਚੱਲਣ, ਠੀਕ ਹੈ। ਇਲਾਕਾਈ ਨਾਵਲ ਜਿਹੜੇ ਹੁੰਦੇ ਨੇ, ਆਂਚਲਿਕ ਕਹਿ ਦਿੰਦੇ ਆਪਾਂ ਜਿਹਨੂੰ, ਇਲਾਕੇ ਦੇ, ਖਾਸ ਪੰਜਾਬ ਦੇ, ਹਰਿਆਣਾ ਦੇ ਨਾਵਲ, ਠੀਕ ਹੈ। ਨਾਵਲੇਟ ਜਾਂ ਲਘੂ ਨਾਵਲ ਵੀ ਨਾਵਲ ਦਾ ਭੇਦ ਨੇ, ਠੀਕ ਹੈ, ਜਿਹੜੇ ਛੋਟੇ ਛੋਟੇ ਨਾਵਲ ਨੇ। ਪੰਜਾਬੀ ਨਾਵਲ ਦਾ ਇਤਿਹਾਸ ਦੇਖਦੇ ਹਾਂ ਬੱਚਿਓ ਆਪਾਂ। ਪੰਜਾਬੀ ਨਾਵਲ ਦਾ ਇਤਿਹਾਸ ਬਹੁਤ ਪੁਰਾਣਾ ਨਹੀਂ ਹੈ। ਅੰਗਰੇਜ਼ੀ ਸਾਹਿਤ ਦੇ ਪ੍ਰਭਾਵ ਨਾਲ ਪੰਜਾਬੀ ਸਾਹਿਤ ਦੇ ਵਿੱਚ ਜਿਹੜੇ ਨਾਵਲ ਲਿਖਣੇ ਸ਼ੁਰੂ ਹੋਏ ਸਨ। ਪਹਿਲਾ ਪਹਿਲ ਦੇਵਕੀ ਨੰਦਰ ਖੱਤਰੀ ਦੁਆਰਾ ਰਚੀ ਗਈ ਨਾਵਲੀ ਲੜੀ ਚੰਦਰਕਾਂਤਾ ਬੜੀ ਰੁਚੀ ਨਾਲ ਪੜ੍ਹੀ ਜਾਂਦੀ ਸੀ। ਠੀਕ ਹੈ ਬੱਚੋ, ਦੇਵਕੀ ਨੰਦਰ ਖੱਤਰੀ, ਇਹ ਨਾਵਲ ਦਾ ਬੱਚੋ ਸੀਰੀਅਲ ਵੀ ਬਣਿਆ ਸੀ, ਬਹੁਤ ਬਹੁਤ ਮਸ਼ਹੂਰ ਹੋਇਆ ਸੀ। ਸਭ ਤੋਂ ਪਹਿਲਾਂ ਇਹੀ ਸੀ, ਠੀਕ ਹੈ ਨਾ। ਡਾਕਟਰ ਚਰਨ ਸਿੰਘ ਨੇ ਸ਼ਰਾਬ ਕੌਰ ਨਾਵਲ ਲਿਖਿਆ ਜੋ ਸਮਾਜਿਕ ਨਾਵਲ ਸੀ। ਉਸ ਤੋਂ ਬਾਅਦ ਭਾਈ ਵੀਰ ਸਿੰਘ ਨੇ ਕਈ ਨਾਵਲ ਲਿਖੇ, ਪਰ ਸੁੰਦਰੀ ਬਹੁਤ ਪ੍ਰਸਿੱਧ ਹੋਇਆ। ਨਾਨਕ ਸਿੰਘ ਪੰਜਾਬੀ ਨਾਵਲ ਦੇ ਪਿਤਾਮਾ ਮੰਨੇ ਗਏ ਨੇ। ਪੰਜਾਬੀ ਨਾਵਲ ਦੇ ਪਿਤਾਮਾ ਕਿਹਨਾਂ ਨੂੰ ਕਹਾਂਗੇ ਆਪਾਂ? ਨਾਨਕ ਸਿੰਘ ਨੂੰ, ਠੀਕ ਹੈ ਨਾ, ਜਿਸ ਨੇ ਪੰਜਾਬੀ ਨਾਵਲ ਨੂੰ ਬਹੁਤ ਹਰਮਨ ਪਿਆਰਾ ਬਣਾਇਆ ਹੈ। ਨਾਨਕ ਸਿੰਘ ਦੇ ਪਵਿੱਤਰ ਪਾਪੀ, ਚਿੱਟਾ ਲਹੂ, ਇੱਕ ਮਿਆਨ ਦੋ ਤਲਵਾਰਾਂ ਬਹੁਤ ਪ੍ਰਸਿੱਧ ਨਾਵਲ ਹਨ, ਠੀਕ ਹੈ ਨਾ। ਇਸੇ ਤਰ੍ਹਾਂ ਸੁਰਿੰਦਰ ਨਰੂਲਾ ਦਾ ਪਿਓ ਪੁੱਤਰ, ਕਰਤਾਰ ਸਿੰਘ ਦੁੱਗਲ ਦਾ ਇੱਕ ਦਿਲ ਵਿਕਾਊ ਹੈ, ਠੀਕ ਹੈ। ਜਸਵੰਤ ਸਿੰਘ ਕੰਵਲ ਦਾ ਹਾਣੀ, ਗੁਰਦਿਆਲ ਸਿੰਘ ਦਾ ਮੜੀ ਦਾ ਦੀਵਾ, ਨਰਿੰਦਰਪਾਲ ਸਿੰਘ ਦਾ ਆਪਾਂ ਕਹਿ ਸਕਦੇ ਹਾਂ ਇੱਕ ਸਰਕਾਰ ਬਾਜੋਂ ਆਦਿ ਮਸ਼ਹੂਰ ਨਾਵਲ ਹਨ। ਇਸਤਰੀ ਨਾਵਲਕਾਰਾਂ ਵਿੱਚ ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਦਲੀਪ ਕੌਰ ਟਿਵਾਣਾ ਉਲੇਖਯੋਗ ਹਨ। ਰਾਮ ਸਰੂਪ ਅਣਖੀ ਦਾ ਨਾਵਲ ਕੋਠੇ ਖੜਕ ਸਿੰਘ, ਓਮ ਪ੍ਰਕਾਸ਼ ਗਾਸੋ ਦਾ ਤੱਤੀ ਤਵੀ, ਠੀਕ ਹੈ, ਬਹੁਤ ਚਰਚਿਤ ਨਾਵਲ ਹੈ।
ਜਸਵੰਤ ਸਿੰਘ ਕੰਵਲ ਦਾ ਐਨਿਆਂ ਚੋਂ ਉੱਠੋ ਸੂਰਮਾ, ਠੀਕ ਹੈ। ਅਤੇ ਕਰਮਜੀਤ ਕੁੱਸਾ ਦੇ ਨਾਵਲ ਰੋਹੀ ਬੀਆਬਾਨ ਤੇ ਰਾਤ ਦੇ ਰਾਹੀ ਵੀ ਚਰਚਾ ਦੇ ਪਾਤਰ ਹਨ। ਸੋ ਇਹ ਸੀ ਬੱਚਿਓ ਨਾਵਲ ਤੇ ਉਹਦੀ ਪੂਰੀ ਗੱਲਬਾਤ, ਤੇ ਉਮੀਦ ਹੈ ਤੁਹਾਨੂੰ ਸਮਝ ਆਏ ਹੋਣਗੇ, ਠੀਕ ਹੈ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।